ਅੱਜ ਅਸੀਂ ਕਰਨਾ ਆਰਟੀਕਲ ਨੰਬਰ 6 द necessary and sufficient condition of f ਵੈਕਟਰ है वेरिएबल अपने को t है स्केलर फंक्शन ऑफ t टू बी कांस्टेंट इफ df अपॉन dt इज इक्वल टू 0 वैक्टर ਸਾਡੇ ਕੋਲ ਗਿਵਨ ਕੀ ਹੈ ਕਿ ਐਫ ਟੀ ਵੈਕਟਰ ਵੀ ਹੈ ਕਾਂਸਟੈਂਟ ਤੇ ਆਪਾਂ ਪ੍ਰੂਫ ਕਰਨਾ ਹੈ ਕਿ ਉਹਦਾ ਜਦੋਂ ਡੈਰੀਵੇਟਿਵ ਕਰਾਂਗੇ ਵਿਦ ਰਿਸਪੈਕਟ ਟੂ ਟਾਈਮ ਤੇ ਉਹ 0 ਹੋ ਜਾਏਗਾ ਪਹਿਲੇ ਆਪਾਂ ਆ ਗਿਵਨ ਲੈ ਕੇ ਚੱਲਾਂਗੇ ਇਹਨੂੰ ਪ੍ਰੂਫ ਕਰਾਂਗੇ ਦੂਸਰੇ ਕੇਸ 'ਚ ਆਪਾਂ ਇਹਨੂੰ ਗਿਵਨ ਲੈ ਕੇ ਚੱਲਾਂਗੇ ਇਹਨੂੰ ਪ੍ਰੂਫ ਕਰਾਂਗੇ ਜਦੋਂ ਕੰਡੀਸ਼ਨ ਨੈਸੈਸਰੀ ਆਉਂਦੀ ਹੈ ਤੇ ਆਪਾਂ ਐਫ ਆਫ ਟੀ ਨੂੰ ਕਾਂਸਟੈਂਟ ਲੈ ਕੇ ਚੱਲ ਰਹੇ ਹਾਂ ਕਹਿੰਦੇ ਅਸਿਊਮ ਦੈਟ ਕਿ ਐਫ ਵੈਕਟਰ ਆਫ ਟੀ ਇਜ਼ ਅ ਕਾਂਸਟੈਂਟ ਵੈਕਟਰ ਫੰਕਸ਼ਨ ਤੇ ਆਪਾਂ ਡੈਫੀਨੇਸ਼ਨ ਦੇ ਹਿਸਾਬ ਨਾਲ ਆਪਾਂ ਕੀ ਕਰਨਾ ਪਹਿਲੇ ਐਫ ਟੀ ਨੂੰ ਟੀ ਪਲਸ ਡੈਲਟਾ ਲਿਖ ਲੈਣਾ ਤੇ ਐਫ ਆਫ ਟੀ ਹੋ ਗਿਆ ਐਫ ਵੈਕਟਰ ਟੀ ਪਲਸ ਡੈਲਟਾ ਟੀ ਇਜ਼ ਇਕੁਅਲ ਟੂ ਐਫ ਆਫ ਵੈਕਟਰ ਆਫ ਟੀ ਤੇ ਇਹ ਉੱਧਰ ਜਾ ਕੇ ਨੈਗੇਟਿਵ ਦੇ ਵਿੱਚ ਹੋ ਜਾਏਗਾ ਫਿਰ ਡਿਵਾਈਡ ਕਰ ਦਾਂਗੇ ਡੈਲਟਾ ਟੀ ਦੇ ਨਾਲ ਤੇ ਲਿਮਿਟ ਲੈ ਲਾਂਗੇ ਡੈਲਟਾ ਟੀ ਟੈਂਡਸ ਟੂ 0 ਤੇ ਡੈਲਟਾ ਟੀ ਟੈਂਡਸ ਟੂ 0 ਇਟ ਇਜ਼ ਇਕੁਅਲ ਟੂ 0 ਹੋ ਜਾਏਗਾ ਤੇ ਆਪਣੇ ਕੋਲ ਡੈਰੀਵੇਟਿਵ ਇਸ ਪੂਰੀ ਚੇਨ ਨੂੰ ਆਪਾਂ ਲਿਖ ਸਕਦੇ ਹਾਂ df upon dt क्योंकि सानू पता है दैट द definition of the limit of vector function that is अपने को limit of delta t tends to 0 f vector t plus delta t minus f vector t divided by delta t वो ਹੁੰਦਾ है equal to df vector upon dt ਤੇ ਆਪਾਂ ਇੱਥੇ ਸਾਡੇ ਕੋਲ ਫਸਟ ਪਾਰਟ ਪ੍ਰੂਫ ਹੋ ਜਾਂਦਾ ਹੈ ਸੈਕਿੰਡ ਹੈ ਸਫੀਸ਼ੀਐਂਟ ਕੰਡੀਸ਼ਨ ਹੈ ਸਫੀਸ਼ੀਐਂਟ ਜੋ ਆਪਾਂ ਲੈ ਕੇ ਚੱਲਾਂਗੇ ਕਿ df vector upon dt that is a zero vector ਹੈ ਤੇ ਹੁਣ ਕੋਈ ਆਪਾਂ f ਵੈਕਟਰ ਲੈ ਲਿਆ f ਵੈਕਟਰ ਕਿੱਦਾਂ ਦਾ ਲਵਾਂਗੇ f1 i cap plus f2 j cap plus f3 k cap f1 i cap f2 j cap plus f3 k cap ਉਹਨਾਂ ਦਾ ਡੈਰੀਵੇਟਿਵ ਕਰਾਂਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਜਦੋਂ ਆਪਾਂ f ਵੈਕਟਰ ਦਾ ਡੈਰੀਵੇਟਿਵ ਕਰਾਂਗੇ ਵਿਦ ਰਿਸਪੈਕਟ ਟੂ ਟਾਈਮ ਤੇ ਵਿਦ ਰਿਸਪੈਕਟ ਟੂ ਟਾਈਮ ਆਪਾਂ ਕੀਤਾ ਤੇ ਆਪਣੇ ਕੋਲ ਕੀ ਹੈ df1 upon dt df2 upon dt df3 upon dt ਤੇ ਹੁਣ ਆਪਾਂ ਲਿਖ ਦਿੱਤਾ ਕਿ df vector upon dt that is 0 ਦੇ ਇਕੁਅਲ ਹੈ ਤੇ ਲੈਫਟ ਹੈਂਡ ਸਾਈਡ ਤੇ ਆਪਣੇ ਕੋਲ 0 ਆ ਗਿਆ ਤੇ ਆਪਣੇ ਕੋਲ ਆ ਗਿਆ df1 upon dt plus df2 upon dt j cap plus df3 upon dt k cap ਹੁਣ ਮੇਰੇ ਕੋਲ ਹੈ ਕਿ ਇਹਦੇ ਵਿੱਚ ਜੇ ਸਾਰਿਆਂ ਦਾ ਸਮ 0 ਦੇ ਬਰਾਬਰ ਹੈ ਇਟ ਮੀਨਸ ਕਿ ਆਹ ਵਾਲੀ ਟਰਮ ਵੀ 0 ਦੇ ਬਰਾਬਰ ਹੋਏਗੀ ਆਹ ਵਾਲੀ ਟਰਮ ਵੀ 0 ਦੇ ਬਰਾਬਰ ਹੋਏਗੀ ਤੇ ਆਹ ਵਾਲੀ ਟਰਮ ਵੀ 0 ਦੇ ਬਰਾਬਰ ਹੋਏਗੀ मेरे को रिजल्ट क्या आता है df1 upon dt that is equal to 0 df2 upon dt that is also equal to 0 और df3 upon dt that is also equal to 0 अगर इन्हें सारे का डेरिवेटिव 0 आता है f1 f2 f3 दे आर द इंडिपेंडेंट क्यों इन्हों के डेरिवेटिव 0 क्यों आ रहा है क्योंकि जी f1 है वो इंडिपेंडेंट है इंडिपेंडेंट ऑफ टी वैक्टर ऑफ टी ये f2 भी इंडिपेंडेंट है ऑफ टी तो f3 भी अपने को इंडिपेंडेंट है ऑफ टी इंडिपेंडेंट का की मतलब है इंडिपेंडेंट का की मतलब है इट मीनस कि अगर आप f1 की वैल्यू 3 है ਉਹਦੇ ਵਿੱਚ ਟੀ ਵੇਰੀਏਬਲ ਨਹੀਂ ਹੈ f2 ਦੀ ਵੈਲਿਊ 4 ਹੈ ਉਹਦੇ ਵਿੱਚ ਵੀ ਟੀ ਵੇਰੀਏਬਲ ਨਹੀਂ ਹੈ f3 ਵੈਲਿਊ 6 ਹੈ ਉਹਦੇ ਵਿੱਚ ਵੀ ਟੀ ਵੇਰੀਏਬਲ ਨਹੀਂ ਹੈ ਤੇ ਜਦੋਂ ਆਪਾਂ 3 ਦਾ ਡੈਰੀਵੇਟਿਵ ਕਰਾਂਗੇ ਵਿਦ ਰਿਸਪੈਕਟ ਟੂ ਟਾਈਮ ਤੇ 0 ਹੋ ਜਾਏਗਾ 4 ਦਾ ਡੈਰੀਵੇਟਿਵ ਕਰਾਂਗੇ ਵਿਦ ਰਿਸਪੈਕਟ ਟੂ ਟਾਈਮ 0 ਹੋ ਜਾਏਗਾ 6 का डेरिवेटिव करेंगे विद रिस्पेक्ट टू टाइम तो 0 हो जाएगा इस करके f1 f2 और f3 दे आर द अपने को इंडिपेंडेंट ऑफ t ਇਹਦਾ ਮਤਲਬ ਹੈ ਕਿ ਜਿਹੜਾ f ਵੈਕਟਰ ਹੈ ਦੇ ਇਜ਼ ਅ ਕਾਂਸਟੈਂਟ ਵੈਕਟਰ ਫੰਕਸ਼ਨ ਸਾਡੇ ਕੋਲ ਥਿਊਰਮ ਇੱਥੇ ਪ੍ਰੂਫ ਹੋ ਜਾਂਦੀ ਹੈ ਆ ਦੇਖ ਲਓ ਨੈਕਸਟ ਪੇਜ ਦੇ ਵਿੱਚ ਵੀ ਉਹਨਾਂ ਨੇ ਇਹ ਲਿਖਿਆ ਕਿ ਆਪਣੇ ਕੋਲ ਡੈਰੀਵੇਟਿਵ 0 0 ਹੋ ਜਾਂਦੇ ਆ ਤੇ f1 f2 ਦੇ ਆਰ ਦ ਇੰਡੀਪੈਂਡੈਂਟ ਆਫ t ਐਂਡ ਦ f ਵੈਕਟਰ ਇਜ਼ ਅ ਕਾਂਸਟੈਂਟ ਵੈਕਟਰ ਫੰਕਸ਼ਨ ਹੁਣ ਵੈਰੀ ਇੰਪੋਰਟੈਂਟ ਥਿਊਰਮ ਹੈ ਆਰਟੀਕਲ ਨੰਬਰ 7 ਜਿਹੜੀ ਪੇਪਰ 'ਚੋਂ ਆਉਂਦੀ ਹੈ ਇੱਕ ਆਰਟੀਕਲ ਨੰਬਰ 7 ਤੇ ਇੱਕ ਆਰਟੀਕਲ ਨੰਬਰ 8 ਕਈ ਵਾਰ ਬਹੁਤ ਵਾਰੀ ਪੇਪਰ ਦੇ ਵਿੱਚ ਆਇਆ ਹੋਇਆ ਕਹਿੰਦੇ ਕਿ necessary and sufficient condition for the vector function f vector t to have constant magnitude ਕਹਿੰਦੇ ਕਿ ਪਹਿਲੇ ਲੈ ਕੇ ਚੱਲਣਾ ਕਿ ਆਪਣੇ ਕੋਲ f ਵੈਕਟਰ t ਹੈ ਉਹਦੀ ਮੈਗਨੀਟਿਊਡ ਕਾਂਸਟੈਂਟ ਹੈ ਆਪਾਂ ਲੈ ਲਿਆ ਕਿ ਕਾਂਸਟੈਂਟ ਮੈਗਨੀਟਿਊਡ ਹੈ ਤੇ ਪ੍ਰੂਫ ਕਰੋ कि f vector dot df upon dt that is equal to 0 ਕਹਿੰਦੇ ਜਦੋਂ f ਵੈਕਟਰ ਦਾ ਡਾਟ ਪ੍ਰੋਡਕਟ ਕਰਾਂਗੇ ਉਹਦੇ ਡੈਰੀਵੇਟਿਵ ਦੇ ਨਾਲ ਤਾਂ 0 ਆਣਾ ਚਾਹੀਦਾ ਗਿਵਨ ਕੀ ਹੈ ਕਿ f ਵੈਕਟਰ t ਆਪਣੇ ਕੋ ਕਾਂਸਟੈਂਟ ਮੈਗਨੀਟਿਊਡ ਹੈ ਆਪਾਂ ਸਟਾਰਟ ਕਰਦੇ ਹਾਂ ਨੈਸੈਸਰੀ ਕੰਡੀਸ਼ਨ ਅਸਿਊਮ ਕਰ ਲੈਂਦੇ ਹਾਂ ਕਿ f ਵੈਕਟਰ ਹੈ ਦੇ ਇਜ਼ ਅ ਕਾਂਸਟੈਂਟ ਮੈਗਨੀਟਿਊਡ ਆਪਾਂ ਕਾਂਸਟੈਂਟ ਮੈਗਨੀਟਿਊਡ ਲੈ ਲਈ ਕਾਂਸਟੈਂਟ ਮੈਗਨੀਟਿਊਡ ਦਾ ਮਤਲਬ ਹੈ ਕਿ ਉਹਦੀ ਵੈਲਿਊ ਕਿੰਨੀ ਹੋਏਗੀ 2 ਹੋਏਗੀ ਜਾਂ 3 ਹੋਏਗੀ ਜਾਂ 4 ਹੋਏਗੀ ਕੋਈ ਵੀ ਨੰਬਰ ਹੋਏਗਾ ਤੇ ਮੈਂ ਉਹਨੂੰ ਲਿਖ ਸਕਦਾ ਕਿ f ਵੈਕਟਰ ਦਾ
मैगनीट्यूड का मतलब मोड, वो साडे को कॉन्स्टेंट है, कॉन्स्टेंट हो गई। हुण इहदा मतलब कॉन्स्टेंट है तो मैं इहदा की करूँगा, स्केयर कर दूंगा, तां भी वो कॉन्स्टेंट रहेगी। जे मैं स्केयर कर दिता एफ वैक्टर का मोड का स्केयर भी कर दिता तां भी कॉन्स्टेंट होएगी। तो इन्हूं मैं लिख सकदा एफ वैक्टर डॉट एफ वैक्टर, ठीक है ना। तो एफ वैक्टर डॉट एफ वैक्टर दैट इज अ मोड ऑफ एफ वैक्टर द स्केयर दैट इज इक्वल टू कांस्टेंट। आ गया जी, कांस्टेंट आ गया। एफ वैक्टर डॉट एफ वैक्टर दैट इज इक्वल टू मोड ऑफ एफ स्केयर दैट इज आल्सो कांस्टेंट, क्योंकि आप ऊपर कर दिता है, दिस इज अ कांस्टेंट। हुण देखो डेरिवेटिव ले लिया मैं लेफ्ट हैंड साइड ते, डेरिवेटिव ले लिया एफ वैक्टर डॉट एफ वैक्टर दा। हुण डेरिवेटिव ले लिया विद रिस्पेक्ट टू टाइम। हुण मैनूं पता है कि जो किसी कांस्टेंट का हुण राइट हैंड साइड ते कांस्टेंट है तो कांस्टेंट का डेरिवेटिव की होएगा 0। इधर मैं डेरिवेटिव ले लिया तो इधर भी तो डेरिवेटिव लूँगा, तो कांस्टेंट का डेरिवेटिव 0 हो गया। तो डी अपॉन डी टी एफ वैक्टर डॉट एफ वैक्टर दैट इज अपने को होने थे u इंटू वी वाला फॉर्मूला लगाऊंगा, u इंटू वी कि फर्स्ट u इधर रहेगा, डेरिवेटिव ऑफ v प्लस फर्स्ट डेरिवेटिव ऑफ u इंटू एफ वैक्टर। ये लग गया जी u इंटू वी वाला, u डेरिवेटिव ऑफ v प्लस डेरिवेटिव ऑफ v इंटू u। ਹੁਣ ਇਹ ਵਿੱਚ ਵਾਲਾ ਡੋਟ ਹੈ ਦੈਟ ਇਜ਼ ਅ ਡੋਟ ਪ੍ਰੋਡਕਟ ਹੈ, ਤੇ ਹੁਣ ਆਪਾਂ ਕੀ ਕਰਾਂਗੇ, ਹੁਣ ਡੋਟ ਪ੍ਰੋਡਕਟ ਚੋਂ ਆਪਾਂ ਅੱਗੇ ਪਿੱਛੇ ਕਰ ਸਕਦੇ ਹਾਂ। ਤੇ ਇਹ ਐਫ ਵੈਕਟਰ ਡੋਟ ਡੀ ਐਫ ਵੈਕਟਰ ਅਪੋਨ ਡੀ ਟੀ ਇੱਦਾਂ ਹੀ ਰਹੇਗਾ, ਪਲੱਸ ਇਹਨੂੰ ਅੱਗੇ ਕਰ ਦਿੱਤਾ ਇਹਨੂੰ ਪਿੱਛੇ ਕਰ ਦਿੱਤਾ, ਕੋਈ ਫਰਕ ਨਹੀਂ ਪੈਂਦਾ ਡੋਟ ਪ੍ਰੋਡਕਟ ਦੇ ਵਿੱਚ। ਇਹ ਯਾਦ ਰੱਖਣਾ ਕਿ ਡੋਟ ਪ੍ਰੋਡਕਟ ਤੇ ਆਪਾਂ ਇਹਨੂੰ ਅੱਗੇ ਪਿੱਛੇ ਕਰ ਸਕਦੇ ਹਾਂ। ਤੇ ਕੀ ਹੋ ਗਿਆ 2 ਟਾਈਮ ਆਫ ਐਫ ਵੈਕਟਰ ਡੋਟ ਡੀ ਐਫ ਵੈਕਟਰ ਅਪੋਨ ਡੀ ਟੀ ਇਜ਼ ਇਕੁਅਲ ਟੂ 0। ਤੇ ਆਪਣੇ ਕੋਲ ਰਿਜ਼ਲਟ ਆ ਗਿਆ ਐਫ ਵੈਕਟਰ ਡੋਟ डी एफ वैक्टर अपॉन डी टी दैट इज इक्वल टू 0। साढ़े को आ रिजल्ट सीगा, प्रूफ आप प्रूफ कर देता तो साढ़े को इतने प्रूफ हो गया। ਹੁਣ ਨੈਕਸਟ ਪਾਰਟ ਹੈ ਸਫੀਸ਼ੀਐਂਟ ਵਾਲਾ। ਸਫੀਸ਼ੀਐਂਟ ਵਾਲੇ ਜੋ ਆਪਾਂ ਕੀ ਕਰਨਾ, ਜੋ ਆਪਾਂ ਉੱਪਰ ਪ੍ਰੂਫ ਕੀਤਾ ਆ ਹਨ, ਹੁਣ ਇਹਨੂੰ ਅਸਿਊਮ ਕਰਕੇ ਚੱਲਣਾ ਕਿ ਅਸਿਊਮ ਦੈਟ ਕਿ ਐਫ ਵੈਕਟਰ ਡੋਟ ਡੀ ਐਫ ਵੈਕ ਅਪੋਨ ਡੀ ਟੀ दैट इज इक्वल टू 0। ਹੁਣ ਮੈਂ ਇਸ ਚੀਜ਼ ਨੂੰ ਅਸਿਊਮ ਕਰਕੇ ਚੱਲਿਆ ਕਿ ਇਹ 0 ਦੇ ਬਰਾਬਰ ਹੈ, ਤੇ ਮੈਂ 2 ਨਾਲ ਮਲਟੀਪਲਾਈ ਕਰ ਦੇ ਤਾਂ ਵੀ ਕੋਈ ਫਰਕ ਨਹੀਂ ਪਏਗਾ ਔਨ ਬੋਥ ਸਾਈਡ। ਹੁਣ 2f ਵੈਕਟਰ ਡੋਟ df ਵੈਕਟਰ ਹੈ, ਤੇ ਉਹਨੂੰ ਮੈਂ ਲਿਖ ਸਕਦਾ f ਵੈਕਟਰ ਡੋਟ df ਵੈਕਟਰ ਅਪੋਨ dt 2 ਟਾਈਮਸ ਹੈ ਨਾ, ਤੇ df ਵੈਕਟਰ ਅਪੋਨ dt ਡੋਟ f ਵੈਕਟਰ। ਤੇ ਇਹਦੇ ਵਿੱਚੋਂ ਫਿਰ ਮੈਂ ਇਹਦੇ ਤੇ u ਇੰਟੂ v ਵਾਲਾ ਲੱਗਾ ਆ, ਆਪਾਂ ਕੀ ਕਰ ਸਕਦੇ ਉਹਨੂੰ ਲਿਖ ਸਕਦੇ d ਅਪੋਨ dt f ਵੈਕਟਰ ਡੋਟ f ਵੈਕਟਰ। ਸੇਮ ਇਹਦੇ ਪਿਛਲਾ ਸਟੈਪ ਚੱਲਦੇ ਰਹਿਣਾ, ਪਹਿਲੇ ਆਹ ਸਟੈਪ ਆਣਾ, ਫਿਰ ਆਹ ਸਟੈਪ ਆਣਾ, ਫਿਰ ਆਹ ਸਟੈਪ ਆਣਾ, ਫਿਰ ਆਹ ਸਟੈਪ ਆਣਾ, ਫਿਰ ਆਹ ਸਟੈਪ ਆਣਾ। ਜਿੱਦਾਂ ਜਿੱਦਾਂ ਆਪਾਂ ਪਹਿਲੇ ਉੱਪਰੋਂ ਦੇ ਨੀਚੇ ਆਏ ਆ, ਹੁਣ ਸਫੀਸ਼ੀਐਂਟ ਵਾਲੇ ਪਾਰਟ ਦੇ ਵਿੱਚੋਂ ਨੀਚੋਂ ਦੇ ਉੱਪਰ ਜਾਣਾ ਸ਼ੁਰੂ ਕਰ ਦੇਣਾ। फिर अपने को एफ वैक्टर डॉट एफ वैक्टर अपने को कांस्टेंट आ गई जी। फिर उन्हें क्या कि मोड ऑफ एफ द स्केयर दैट इज़ अ कांस्टेंट आ गया। फिर उस तो बाद साढ़े को रिजल्ट आ गया कि मोड ऑफ एफ अपने को कांस्टेंट है। मतलब कि आप नैसेसरी कंडीशन दे विच जो स्टार्ट किया सी वो तो दूसरे ਨੂੰ प्रूव करना, तो सफिशिएंट ਦੇ ਜਿੱਥੋਂ ਜਿਹਨੂੰ प्रूव ਕੀਤਾ ਉਹਨੂੰ ਅਸਿਊਮ ਕਰਕੇ ਫਿਰ ਜੋ ਆਪਣੇ को गिवन ਸੀ ਪਹਿਲੇ ਹੁਣ ਉਹਨੂੰ प्रूव कर देना। ਤੇ ਇੱਥੇ ਸਾਡੇ ਕੋਲ ਥਿਊਰਮ ਕੰਪਲੀਟ ਹੋ ਜਾਂਦੀ ਹੈ। ਸਭ ਤੋਂ ਈਜ਼ੀ ਥਿਊਰਮ ਹੈ ਬਟ ਪੇਪਰਾਂ 'ਚੋਂ ਆਉਂਦੀ ਹੈ। ਹੁਣ ਆਰਟੀਕਲ ਨੰਬਰ 8 ਹੈ दैट इज आल्सो वेरी इंपॉर्टेंट थ्योरम है। ये क्यों आती है, क्योंकि ਇਹਦੇ ਵਿੱਚ क्रॉस प्रोडक्ट है। ਹੁਣ ਇਹਦੇ ਵਿੱਚ ਦੇਖੋ कि necessary and sufficient condition for the vector function अपने को f vector है वेरिएबल ऑफ t या स्केलर फंक्शन ऑफ t टू हैव द कांस्टेंट डायरेक्शन। मतलब कि उन्हें की देता ਉੱਪਰ ਵਾਲੇ ਕੇਸ 'ਚ ਉਹਨਾਂ ਨੇ ਮੈਗਨੀਟਿਊਡ ਦਿੱਤੀ ਸੀ ਕਾਂਸਟੈਂਟ ਮੈਗਨੀਟਿਊਡ, ਇਸ ਵਾਲੇ ਕੇਸ ਦੇ ਵਿੱਚ ਕਾਂਸਟੈਂਟ ਡਾਇਰੈਕਸ਼ਨ ਦੇ ਦਿੱਤੀ। ਇਹ ਜ਼ਰੂਰ ਯਾਦ ਰੱਖਿਓ ਕਿ ਉੱਪਰ ਵਾਲੇ ਕੇਸ 'ਚ ਮੈਗਨੀਟਿਊਡ ਦਿੱਤੀ ਹੈ, ਇਹਦੇ ਵਿੱਚ ਡਾਇਰੈਕਸ਼ਨ ਦਿੱਤੀ ਹੈ ਉਹ ਵੀ ਕਾਂਸਟੈਂਟ। ਇਫ ਕਾਂਸਟੈਂਟ ਡਾਇਰੈਕਸ਼ਨ ਦਾ ਮਤਲਬ ਕੀ ਹੈ ਕਿ ਉਹਨਾਂ ਦਾ ਯੂਨਿਟ ਵੈਕਟਰ ਹੋਏਗਾ। ਹੁਣ ਜਿੱਥੇ n ਕੈਪ ਲੈਂਦੇ ਸੀਗੇ, ਹੁਣ ਮੈਨੂੰ ਇਹ ਪਤਾ ਹੈ ਕਿ ਅਗਰ a क्रॉस b ਵੈਕਟਰ ਹੈ, a क्रॉस b ਵੈਕਟਰ ਹੈ, ਉਹ ਕੀ ਹੁੰਦਾ ਸੀਗਾ ਮੋਡ ਆਫ a ਵੈਕਟਰ ਮੋਡ ਆਫ b ਵੈਕਟਰ साइन थीटा और साथ में n कैप ਹੁੰਦਾ ਸੀ। साइन थीटा n कैप रिप्रेजेंट करता सी दैट इज अ डायरेक्शन। ਹੁਣ ਇਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਕਾਂਸਟੈਂਟ ਡਾਇਰੈਕਸ਼ਨ ਹੈ, ਇਟ ਮੀਨਸ ਕਿ ਜਿਹੜਾ n ਵੈਕਟਰ ਹੋ ਗਿਆ n ਕੈਪ ਹੋ ਗਿਆ दैट इज 1, n ਕੈਪ ਇੱਥੇ ਹੋ ਗਿਆ 1, ਉਹਦੀ ਡਾਇਰੈਕਸ਼ਨ ਆਪਣੇ ਕੋ ਕਾਂਸਟੈਂਟ ਹੋ ਗਈ। ਹੁਣ ਦੇਖੋ ਜੀ ਕਹਿੰਦੇ ਜਦੋਂ ਡਾਇਰੈਕਸ਼ਨ ਕਾਂਸਟੈਂਟ ਹੈ ਪ੍ਰੂਵ ਕਰੋ ਕਿ f ਵੈਕਟਰ क्रॉस df upon dt ਵੈਕਟਰ दैट इज इक्वल टू 0। ਆਪਾਂ ਹੁਣ ਇਹਨੂੰ ਪ੍ਰੂਫ ਕਰਨਾ ਹੈ। ਆਪਾਂ ਲੈ ਲਿਆ ਕਿ ਲੈਟ f ਵੈਕਟਰ इज इक्वल टू एफ ਉਹਦੀ ਮੈਗਨੀਟਿਊਡ ਹੋਏਗੀ, ਐਫ ਵੈਕਟਰ ਆਪਣੇ ਕੋਲ ਜਿਹੜਾ ਕੈਪੀਟਲ ਐਫ ਵੈਕਟਰ ਉਹ ਯੂਨਿਟ ਵੈਕਟਰ ਹੈ। ਇਹ ਯਾਦ ਰੱਖਣਾ ਕਿ ਐਫ ਵੈਕਟਰ ਹੈ ਜਿਹੜਾ ਇਹਦੇ ਵਿੱਚ ਲਿਆ ਗਿਆ ਉਹ ਯੂਨਿਟ ਵੈਕਟਰ ਹੈ ਇਨ ਦ ਡਾਇਰੈਕਸ਼ਨ ਆਫ ਐਫ। ਜਿੱਦਾਂ ਦੀ ਇਹਦੀ ਡਾਇਰੈਕਸ਼ਨ ਹੋਏਗੀ ਉੱਦਾਂ ਦੀ ਹੀ ਇਹਦੀ ਡਾਇਰੈਕਸ਼ਨ ਹੋਏਗੀ, ਠੀਕ ਹੈ ਨਾ।
ਹੁਣ ਇਹਦੇ ਵਿੱਚ ਆਪਾਂ ਡੈਰੀਵੇਟਿਵ ਕਰਦਾ, ਕਿਉਂ? ਕਿਉਂਕਿ ਸਾਨੂੰ ਡੈਰੀਵੇਟਿਵ ਚਾਹੀਦਾ df upon dt ਦਾ। ਮੈਂ ਡੈਰੀਵੇਟਿਵ ਕਰਦਾ df ਵੈਕਟਰ upon dt। ਹੁਣ ਇੱਥੇ u into v ਲੱਗ ਗਿਆ ਜੀ, ਧਿਆਨ ਨਾਲ ਦੇਖਿਓ ਜੀ, u into v ਲੱਗੇਗਾ f df ਵੈਕਟਰ upon dt plus df upon dt f ਵੈਕਟਰ। ਹੁਣ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਮੋਲ f ਵੈਕਟਰ ਦੇ ਨਾਲ ਕ੍ਰੋਸ ਪ੍ਰੋਡਕਟ ਕਰਨਾ। ਮੈਂ ਕਰ ਦਿੱਤਾ ਜੀ, ਸਮੋਲ f ਵੈਕਟਰ ਦੇ ਨਾਲ ਕ੍ਰੋਸ ਪ੍ਰੋਡਕਟ ਕਰਤਾ ਤੇ ਸਮੋਲ f ਵੈਕਟਰ ਦੀ ਵੈਲਿਊ ਪੁੱਟ ਕਰ ਦਿੱਤੀ f ਮੈਗਨੀਟਿਊਡ, f ਵੈਕਟਰ that is a unit vector, cross product of f df upon d derivative of capital F vector plus df upon dt और f vector। ਹੁਣ ਦੇਖੋ ਆਪਾਂ ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ ਫਸਟ ਟਾਈਮ ਚ ਤਾਂ ਕੀ ਆਇਆ, f ਤੇ f ਦਾ ਸਕੁਅਰ ਹੋ ਗਿਆ, f ਵੈਕਟਰ ਕ੍ਰੋਸ df ਵੈਕਟਰ upon dt। ਹੁਣ ਇਸ ਚੀਜ਼ ਨੂੰ ਆਪਾਂ ਕੀ ਕੀਤਾ, ਇਸ ਚੀਜ਼ ਨੂੰ ਹੁਣ ਆਪਾਂ ਇਹਦੇ ਨਾਲ ਮਲਟੀਪਲਾਈ ਕੀਤੀ ਤੇ f ਕੌਨਸਟੈਂਟ ਹੈ, ਇਹ ਤਾਂ ਬਾਹਰ ਹੀ ਰਹੇਗਾ। ਹੁਣ df upon dt, ਹੁਣ df upon dt ਆ ਗਿਆ ਤੇ ਕ੍ਰੋਸ ਪ੍ਰੋਡਕਟ ਕਿਹਦੇ ਆ ਗਿਆ, f ਵੈਕਟਰ ਕ੍ਰੋਸ f ਵੈਕਟਰ। ਹੁਣ df upon dt ਨੂੰ ਆਪਾਂ ਬਾਹਰ ਕਿਉਂ ਲੈ ਲਿਆ, ਕੌਨਸਟੈਂਟ ਹੈ, ਕਿਉਂ? ਕਿਉਂਕਿ f ਵੈਕਟਰ ਆਪਣੇ ਕੋਲ ਮੈਗਨੀਟਿਊਡ ਹੈ, ਕਿਸੇ ਵੀ ਮੈਗਨੀਟਿਊਡ ਦਾ ਆਪਾਂ ਡੈਰੀਵੇਟਿਵ ਕਰਦੇ ਦੈਟ ਇਜ਼ ਆਲਸੋ ਕੌਨਸਟੈਂਟ ਤੇ ਉਹ ਪਾਰਟ ਆਪਣੇ ਕੋਲ 0 ਹੋ ਜਾਏਗਾ ਤੇ ਆਹ ਪਾਰਟ ਆਪਣੇ ਕੋਲ 0 ਹੋ ਜਾਏਗਾ। ਅਗਰ f ਆਪਣੇ ਕੋਲ ਮੈਗਨੀਟਿਊਡ ਹੈ, ਮੈਗਨੀਟਿਊਡ ਹਮੇਸ਼ਾ ਕੌਨਸਟੈਂਟ ਹੁੰਦੀ ਹੈ ਤੇ ਉਹਦਾ df upon dt ਆਪਣੇ ਕੋਲ 0 ਹੋ ਜਾਏਗਾ। ਇਹ ਯਾਦ ਰੱਖਿਓ ਕਿ ਅਗਰ f ਵੈਕਟਰ ਆਪਣੇ ਕੋਲ f ਆਪਣੇ ਕੋਲ ਮੈਗਨੀਟਿਊਡ ਹੈ, ਸਿਰਫ f ਨਾ ਕਿ f ਵੈਕਟਰ, ਤੇ ਉਹ ਆਪਣੇ ਕੋਲ ਮੈਗਨੀਟਿਊਡ ਹੋਏਗੀ ਤੇ ਉਹਦਾ ਡੈਰੀਵੇਟਿਵ ਹਮੇਸ਼ਾ 0 ਹੋਏਗਾ ਵਿਦ ਰਿਸਪੈਕਟ ਟੂ ਟਾਈਮ। ਤੇ ਆਹ ਵਾਲਾ ਪਾਰਟ ਸਾਡੇ ਕੋਲ 0 ਦੇ ਬਰਾਬਰ ਹੋ ਗਿਆ ਤੇ ਆਪਣੇ ਕੋਲ ਬਚਿਆ ਕੀ, f ਸਕੁਅਰ f ਵੈਕਟਰ ਕ੍ਰੋਸ df upon dt। ਤੇ ਆਪਾਂ ਉਹਨੂੰ ਲਿਖ ਲਿਆ ਕਿ f ਲੈਫਟ हैंड साइड अपने को राइट हैंड साइड देख लो कि राइट हैंड साइड आई है एफ स्क्वायर एफ वेक्टर क्रॉस डी एफ अपॉन dt। ਹੁਣ ਅੱਗੇ ਆਪਾਂ ਪ੍ਰੂਫ ਕਰਦੇ ਹਾਂ, ਇਹਨਾਂ ਸੋਲਵ ਕਰਨ ਤੋਂ ਬਾਅਦ ਆਪਣੇ ਕੋ ਪ੍ਰੂਫ ਹੋ ਗਿਆ। ਹੁਣ ਆਪਾਂ ਸਫੀਸ਼ੀਐਂਟ ਕੰਡੀਸ਼ਨ ਪ੍ਰੂਫ ਕਰਨੀ ਹੈ। ਸਫੀਸ਼ੀਐਂਟ ਕੰਡੀਸ਼ਨ ਕੀ ਹੈ ਕਿ ਆਪਾਂ ਗਿਵਨ ਕੀ ਲੈ ਕੇ ਚੱਲ ਰਹੇ ਹਾਂ। ਹੁਣ ਉਹ 'ਚ ਉਹਨਾਂ ਨੇ ਕਿਹਾ ਸੀ ਕੌਨਸਟੈਂਟ ਡਾਇਰੈਕਸ਼ਨ, ਹੁਣ ਆਪਾਂ ਇੱਥੇ ਕੌਨਸਟੈਂਟ ਡਾਇਰੈਕਸ਼ਨ ਅਜ਼ਿਊਮ ਕਰਕੇ ਚੱਲੇ ਹਾਂ ਤੇ ਕੌਨਸਟੈਂਟ ਡਾਇਰੈਕਸ਼ਨ ਲੈ ਲਈ। ਅਗਰ ਕਿਸੇ ਫੰਕਸ਼ਨ ਦੀ डायरेक्शन कॉन्स्टेंट है तो मतलब कि कॉन्स्टेंट वैक्टर होएगा। अगर कॉन्स्टेंट वैक्टर होएगा तो वह डेरीवेटिव विद रिस्पैक्ट टू टाइम भी 0 होएगा, क्योंकि किसी भी कॉन्स्टेंट वैक्टर का अगर आप डेरीवेटिव करते हैं विद रिस्पैक्ट टू टी तो वह 0 होएगा। क्यों? क्योंकि उस फंक्शन जो टी वाला वेरिएबल ही नहीं हैगा तो वह फंक्शन की होएगा, कॉन्स्टेंट होएगा तो वह डेरीवेटिव 0 हो जाएगा। तो फस्ट पार्ट के विच आपां की करता कि अपने को हुण देखो पिछे ਹੁਣ ਪਿੱਛੇ ਇਹਦੇ ਵਿੱਚ ਆਪਣੇ ਕੋ ਆਹ ਵਾਲਾ ਵੀ ਪਾਰਟ 0 ਹੋ ਗਿਆ ਤੇ ਜੇ ਆਹ ਵਾਲਾ ਪਾਰਟ 0 ਹੋ ਗਿਆ ਇਟ ਮੀਨਸ ਕਿ f ਵੈਕਟਰ ਕ੍ਰੋਸ df upon dt that is equal to 0 ਆ ਜਾਏਗਾ ਤੇ ਸਾਡੇ ਕੋਲ ਫਸਟ ਪਾਰਟ ਕੰਪਲੀਟ ਹੋ ਜਾਏਗਾ ਜਿਹੜਾ ਸਫੀਸ਼ੀਐਂਟ ਵਾਲਾ ਹੈ। ਹੁਣ ਉਸ ਤੋਂ ਬਾਅਦ ਆਪਣੇ ਕੋ ਆ ਜਾਂਦਾ ਸੈਕਿੰਡ ਪਾਰਟ, ਦੇਖੋ ਜਿਹਦੇ ਵਿੱਚ ਆਪਣੇ ਕੋ ਕਨਵਰਸ ਪਾਰਟ ਕਰਨਾ ਹੈ। ਸਫੀਸ਼ੀਐਂਟ ਨੂੰ ਆਪਾਂ ਕਨਵਰਸ ਪਾਰਟ ਵੀ ਲਿਖ ਸਕਦੇ ਹਾਂ, ਦਿਸ ਇਜ਼ ਅ ਕਨਵਰਸ ਆਫ ਦਾ ਥਿਊਰਮ। ਹੁਣ ਕਨਵਰਸ ਆਫ ਦਾ ਥਿਊਰਮ 'ਚ ਆਪਾਂ ਕੀ ਕਰਾਂਗੇ, ਜੋ ਸਾਡੇ ਕੋਲ ਉੱਪਰ ਪ੍ਰੂਫ ਕੀਤਾ ਹੈ ਉਹਨੂੰ ਆਪਾਂ ਹੁਣ ਅਜ਼ਿਊਮ ਕਰਕੇ ਚੱਲਾਂਗੇ। ਅਜ਼ਿਊਮ ਕੀਤਾ ਕਿ f ਵੈਕਟਰ ਕ੍ਰੋਸ df upon dt that is a 0 ਵੈਕਟਰ। ਹੁਣ ਅਗਰ ਇਹ 0 ਵੈਕਟਰ ਹੈ ਤਾਂ ਆਪਾਂ ਸੇਮ ਪਿਛਲੇ ਸਟੈਪ ਕਰਨੇ ਕਿ f ਸਕੁਅਰ। ਹੁਣ ਦੇਖੋ ਅਗਰ ਇਹ 0 ਵੈਕਟਰ ਹੈ, ਮੈਂ ਪਿਛਲੇ ਇਕੁਏਸ਼ਨ ਨੰਬਰ 1 ਤੇ ਜਾ ਰਿਹਾ। ਇਕੁਏਸ਼ਨ ਨੰਬਰ 1 ਦੇਖੋ ਪਿਛਲੀ, अगर आ पार्ट 0 है जी, आ वाला पार्ट f वैक्टर क्रॉस df upon dt दैट इज पार्ट 0 ਤੇ ਉਹ ਕਿਹਦੇ ਇਕੁਅਲ ਹੋਏਗਾ, f ਸਕੁਅਰ f ਵੈਕਟਰ क्रॉस df upon dt। ਤੇ ਮੈਂ ਉਹਦੀ ਥਾਂ ਤੇ ਆ ਵਾਲਾ ਲਿਖ ਦੂੰਗਾ ਰਾਈਟ ਹੈਂਡ ਸਾਈਡ ਵਾਲੀ ਟਰਮ दैट इज f ਸਕੁਅਰ f ਵੈਕਟਰ क्रॉस df upon dt दैट इज इक्वल टू 0 ਵੈਕਟਰ। ਇਹਦਾ ਮਤਲਬ ਕਿ f ਸਕੁਅਰ ਤਾਂ ਕਨਸਟੈਂਟ ਹੈ, ਉਹਦੀ ਵੈਲਿਊ 0 ਨਹੀਂ ਹੋ ਸਕਦੀ ਹੈ ਤੇ ਕਿਹਦੀ ਵੈਲਿਊ 0 ਹੋ ਸਕਦੀ ਹੈ, f क्रॉस df upon dt। ਮੈਨੂੰ ਪਤਾ ਕਿ ਅਗਰ ਕੋਈ ਦੋ ਚੀਜ਼ਾਂ ਦਾ ਪ੍ਰੋਡਕਟ ਇਕੁਅਲ ਟੂ 0 ਹੈ ਤੇ ਉਹਦੇ ਵਿੱਚੋਂ ਕਿਸੇ ਕੋਈ ਇੱਕ ਟਰਮ ਤਾਂ 0 ਦੇ ਬਰਾਬਰ ਹੋਏਗੀ ਤੇ ਮੈਂ ਕਹਿ ਰਿਹਾ ਕਿ ਇਹਦੇ ਵਿੱਚ f small f is not equal to 0 ਤੇ small f is ਅਗਰ not equal to 0 ਤੇ ਮਤਲਬ f ਸਕੁਅਰ ਵੀ not equal to 0 ਹੋਏਗੀ। ਠੀਕ ਹੈ ਜੀ, ਤੇ ਆਪਣੇ ਕੋ ਕਿਹੜਾ ਪਾਰਟ 0 ਹੋਏਗਾ, that is f ਵੈਕਟਰ ਕ੍ਰੋਸ df upon dt ਆਪਣੇ ਕੋ 0 ਦੇ ਬਰਾਬਰ ਹੋਏਗਾ। ਇੱਥੇ ਕ੍ਰੋਸ ਪ੍ਰੋਡਕਟ ਆਏਗਾ ਜੀ, ਉਹ 0 ਦੇ ਬਰਾਬਰ ਹੋ ਗਿਆ। ਇਹਦੇ ਨਾਲ ਸਾਨੂੰ ਇਹ ਪਤਾ ਲੱਗ ਗਿਆ ਕਿ ਹੁਣ ਦੇਖੋ ਕਿ f ਆਪਣੇ ਕੋ ਕਨਸਟੈਂਟ ਮੈਗਨੀਟਿਊਡ ਹੈ। ਆਪਾਂ ਕੀ ਲੈ ਕੇ ਚੱਲੇ ਸੀ, ਗਿਵਨ ਕੀ ਹੈ ਸਾਡੇ ਕੋਲ f ਆਪਣੇ ਕੋ ਕਨਸਟੈਂਟ ਮੈਗਨੀਟਿਊਡ। ਅਗਰ ਕਿਸੇ ਵੀ ਵੈਕਟਰ ਦਾ ਕਨਸਟੈਂਟ ਮੈਗਨੀਟਿਊਡ ਹੈ ਤਾਂ ਉਹਦਾ ਡੈਰੀਵੇਟਿਵ ਕੀ ਹੋਏਗਾ, 0 ਹੋਏਗਾ। ਤੇ ਉਹਦਾ ਡੈਰੀਵੇਟਿਵ ਕੀ ਹੋ ਗਿਆ, ਅਗਰ 0 ਹੋ ਗਿਆ ਇਟ ਮੀਨਸ ਕਿ df upon dt ਆਪਣੇ ਕੋ 0 ਦੇ ਬਰਾਬਰ ਆ ਗਈ। df upon dt ਆਪਣੇ ਕੋ 0 ਦੇ ਬਰਾਬਰ ਆ ਗਈ ਇਟ ਮੀਨਸ ਕਿ ਉਹ ਦੇ ਆਰ ਕਨਸਟੈਂਟ ਵੈਕਟਰ
ਜਿਹਦੀ ਮੈਗਨੀਟਿਊਡ ਤੇ ਡਾਇਰੈਕਸ਼ਨ ਹੈਗੀ ਹੈ। ਹੁਣ ਐਫ ਵੈਕਟਰ ਆਪਣੇ ਕੋਲ ਇੱਕ ਕੌਂਸਟੈਂਟ ਵੈਕਟਰ ਹੈ ਜਿਹਦੀ ਮੈਗਨੀਟਿਊਡ ਵੀ ਹੈ, ਡਾਇਰੈਕਸ਼ਨ ਵੀ ਹੈ, ਤੇ ਐਫ ਸਮੋਲ ਐਫ ਵੈਕਟਰ ਹੈ दैट इज अ कॉन्स्टेंट डायरेक्शन। ये अपने को प्रूफ हो जाएगा, अपने को इतने ही थ्योरम कंप्लीट हो जाएगी। ਹੁਣ ਅੱਗੇ ਨੋਟ ਹੈ, ਵੈਰੀ ਇੰਪੋਰਟੈਂਟ ਨੋਟ ਨੇ, ਕਹਿੰਦੇ ਕਿ ਇਫ ਵੈਕਟਰ ਐਫ ਵੈਕਟਰ ਇਜ਼ ਕੌਂਸਟੈਂਟ। ਹੁਣ ਦੇਖੋ ਕੋਈ ਵੀ ਅਗਰ ਵੈਕਟਰ ਕੌਂਸਟੈਂਟ ਹੈ ਤਾਂ ਉਹਦਾ ਡੈਰੀਵੇਟਿਵ ਜ਼ੀਰੋ ਹੋਏਗਾ, ਇਹ ਯਾਦ ਰੱਖਿਓ। इफ द मैग्नीट्यूड ऑफ द वैक्टर एफ वैक्टर, अगर किसी वैक्टर दी मैग्नीट्यूड कांस्टेंट है तो एफ डॉट डी एफ अपॉन डी टी का जीरो होएगा। अगर किसी वैक्टर दी डायरेक्शन फिक्सड है या डायरेक्शन कांस्टेंट है फिर एफ वैक्टर क्रॉस डी एफ वैक्टर अपॉन डी टी दैट इज इक्वल टू जीरो होएगा। ये ध्यान रखना, अगर मैग्नीट्यूड कितने कांस्टेंट आ जाती है तो आ वाला रिजल्ट जीरो के बराबर होएगा। अगर कितने वो डायरेक्शन फिक्सड आ जाती है या कॉन्स्टेंट आ जाती है फिर आ वाला रिजल्ट जीरो के बराबर होएगा। ये ध्यान रखना जी, ये आप यूज़ करने आगे। हम आर्टिकल नंबर 9 है, ये भी बड़ा ईजी है, कोई ज़्यादा नहीं है टफ। हम उपर वाले जोड़े रिजल्ट ने वही आप यूज़ करने। कहते इफ एफ वैक्टर इज डिफरेंशिएबल। हम डिफरेंशिएबल का मतलब कि आप डेरीवेटिव कर सकते हैं। वैक्टर फंक्शन है ऑफ ए स्केलर वेरिएबल टी, वही हो गया कि इनू मैं इदा भी लिख सकता एफ वैक्टर ऑफ टी, गल वही है। कहते कि वो मैग्नीट्यूड है जो मैं एफ वैक्टर की मैग्नीट्यूड कर दिंदा वो एफ के बराबर है, ये भी सानू पता लग गया। दैन प्रूफ करो कि वो डी अपॉन डी टी करांगे एफ वैक्टर का स्केयर वो इक्वल आएगा टू एफ डी एफ अपॉन डी टी। आप ये सोल्व करना है तो मैं ले लेना कि एफ वैक्टर का स्केयर, क्योंकि वही ही डेरीवेटिव करना, तो एफ वैक्टर का स्केयर उन्होंने मैं लिख सकता है कि मोड ऑफ एफ का स्केयर। तो मोड ऑफ एफ की वैल्यू कितनी दी हुई है दैट इज एफ, तो आप लिख दी एफ का स्केयर। ਹੁਣ एफ के स्केयर का डेरीवेटिव करूँगा विद रिस्पैक्ट टू डी टी, तो मैं की करूँगा, हूँ मैंने पता है कि अगर एक्स स्केयर है वह डी अपॉन डी टी करूँगा तो पहले टू अगे आएगा फिर एक्स आएगा, अगर फिर डी एक्स अपॉन डी टी आ जाएगा। पहले पावर सोल्व होएगी फंक्शन की, पावर सोल्व होने तो बाद फिर उस तो बाद वेरीएबल देखना है कि वो सोल्व होंदा कि नहीं सोल्व होंदा, फिर आप डी एक्स अपॉन डी टी, इदा ही अपने को एफ आ गया डी एफ अपॉन डी टी, तो फर्स्ट पार्ट कंप्लीट हो गया। सैकेंड पार्ट देखो एफ डॉट डी एफ अपॉन डी टी इज इक्वल टू एफ इंटू डी एफ अपॉन डी टी। हम देखो इतने डॉट प्रोडक्ट है जी, ध्यान देखना, तो मैं एफ वैक्टर डॉट एफ वैक्टर ले लिया, वो की होंदा है सिंपल मल्टीप्लिकेशन मोड ऑफ एफ का स्केयर। तो मोड ऑफ एफ का स्केयर किहदे बराबर है एफ का स्केयर, तो मैं उत्थे एफ स्केयर लिख ली। हुण मैं की कीता दोनों साइड ते डेरीवेटिव लगा दिते, डी अपॉन डी टी एफ वैक्टर डॉट एफ वैक्टर, इधर भी डी अपॉन डी टी एफ द स्केयर। हुण एफ द स्केयर वाला तो ऊपर वाला ही पार्ट आ जाएगा दैट इज टू एफ डी एफ अपॉन डी टी, इहदी थां ते मैं आही लिख दूंगा। हुण इहदे लई मैं यू इंटू वी वाला फॉर्मूला लगाऊंगा, यू इंटू वी वाला जी, ਇਹਦੇ ਵਿੱਚ ਆਪਾਂ u इंटू v लगावांगे क्योंकि दो फंक्शन ने दो वैक्टर ने, u इंटू v लगावांगे। तो u इंटू v लगाया f वैक्टर डॉट डी एफ अपॉन डी टी प्लस डी एफ अपॉन डी टी दैट डॉट एफ वैक्टर, तो इधर अपने को सोल्व किया ऊपर वाला रिलेशन यूज़ कर लिया। ਹੁਣ ਐਫ ਵੈਕਟਰ ਇਹ ਬਣ ਗਿਆ ਆਪਣੇ ਕੋ, ਆਪਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਡੋਟ ਪ੍ਰੋਡਕਟ ਦੇ ਵਿੱਚ ਟਰਮ ਨੂੰ ਅੱਗੇ ਪਿੱਛੇ ਕਰ ਸਕਦੇ ਹਾਂ, ਇਸ ਕਰਕੇ ਇਹਦੇ 'ਚ ਕੋਈ ਚੇਂਜਸ ਨਹੀਂ ਆਉਂਦੇ। ਤੇ 2f ਵੈਕਟਰ ਡੋਟ df अपॉन dt ਆ ਗਿਆ, 2 ਨਾਲ 2 ਕੈਂਸਲ ਹੋ ਗਿਆ, 2 ਨਾਲ 2 ਕੈਂਸਲ ਹੋ ਗਿਆ, ਤੇ f ਵੈਕਟਰ ਡੋਟ df अपॉन dt इज इक्वल टू f df अपॉन dt, दैट इज अपने को रिजल्ट इतने ट्रू हो जाता है, तो अपने को आर्टिकल नंबर 9 कंप्लीट हो जाता है। ईजी है आर्टिकल्स, कोई ज़्यादा टफ नहीं है। आर्टिकल नंबर 10 भी यही कह रहा है कि एफ वैक्टर इज अ डिफरेंशिएबल वेक्टर फंक्शन ऑफ द स्केलर वेरिएबल टी, देन प्रूफ करो कि डी अपॉन डी टी एफ क्रॉस डी एफ अपॉन डी टी इज इक्वल टू एफ वैक्टर क्रॉस डी स्केयर एफ वैक्टर अपॉन डी टी स्केयर। हुण डबल डेरीवेटिव की गल आ गई, तो मैनू पता है कि डी अपॉन डी टी एफ वैक्टर क्रॉस डी एफ वैक्टर अपॉन डी टी, तो मैं इतने यू इंटू वी वाला फॉर्मूला लगाऊंगा, u f वैक्टर है क्रॉस डेरीवेटिव ऑफ अगेन v का, तो डेरीवेटिव करांगे फिर डी एफ अपॉन डी टी का, तो डबल डेरीवेटिव हो जाएगा डी स्केयर एफ वैक्टर अपॉन डी टी स्केयर प्लस हुण u का डेरीवेटिव करांगे डी एफ वैक्टर अपॉन डी टी क्रॉस ऑफ डी एफ अपॉन डी टी। हुण मैनूं पता है कि अगर कोई दो टर्म है उन्हों का क्रॉस सेम का क्रॉस प्रोडक्ट करांगे तो जीरो आएगा, तो आह वाला पार्ट मेरे को जीरो आ जाएगा। डी एफ अपॉन डी एफ वैक्टर क्रॉस डी एफ वैक्टर अपने को सेम का कभी क्रॉस प्रोडक्ट करांगे तो जीरो आएगा, ठीक है जी।
फिर अपने को बच के जाएगा एफ वेक्टर क्रॉस डी स्क्वायर अपॉन डी टी स्क्वायर एफ वेक्टर, तो अपने को आर्टिकल कंप्लीट हो जाएगा। आर्टिकल नंबर 10 कंप्लीट है। ठीक है जी।